ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਵਾਗਤ ਕਰਦੇ ਆ ਜੌਲ ਸਾਹਿਬ। ਵੈਰੀ ਗੁੱਡ ਮਾਰਨਿੰਗ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅਰਸ਼, ਬਹੁਤ ਬਹੁਤ ਧੰਨਵਾਦ ਤੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ। ਆਓ ਫਿਰ ਥੋੜੀ ਜੀ ਗੱਲਬਾਤ ਕਰੀਏ ਇੱਕ ਅਜਿਹੇ ਇਸ਼ੂ ਦੀ ਜੋ ਪਹਿਲੋਂ ਤਾਂ ਬਹੁਤ ਵਧੀਆ ਚੱਲਿਆ ਜੀ, ਸਾਰਿਆਂ ਨੂੰ ਬੜਾ ਖੁਸ਼ੀ ਸੀ ਜੀ ਕਿ ਅਸੀਂ ਅੰਮ੍ਰਿਤਸਰ ਟੋਰਾਂਟੋ ਟੂ ਅੰਮ੍ਰਿਤਸਰ ਡਾਇਰੈਕਟ ਜਿਹੜੀਆਂ ਫਲਾਈਟਾਂ ਹੁੰਦੀਆਂ ਸੀ ਹੁੰਦੀਆਂ ਸੀ, ਬਹੁਤ ਟਾਈਮ ਬਚਦਾ ਸੀ ਸਾਰਿਆਂ ਦਾ ਐਂਡ ਇਟ ਵਾਜ਼ ਅ ਵੰਡਰਫੁਲ ਐਕਸਪੀਰੀਅੰਸ। ਪਰੰਤੂ ਕਹਿ ਲਓ ਕਿ ਨਜ਼ਰ ਲੱਗ ਗਈ ਕਿ ਕੀ ਹੋਇਆ ਕਿ ਕੀ ਨਹੀਂ ਹੋਇਆ, ਉਸ ਨੂੰ ਬੰਦ ਕਰਨਾ ਪਿਆ। ਸੋ ਟੋਰਾਂਟੋ ਟੂ ਅੰਮ੍ਰਿਤਸਰ ਦੀਆਂ ਡਾਇਰੈਕਟ ਜਿਹੜੀਆਂ ਫਲਾਈਟਾਂ ਨੇ ਉਹ ਜਾਣਬੁੱਝ ਕੇ ਬੰਦ ਕੀਤੀਆਂ ਗਈਆਂ ਕਿ ਇਹ ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਆਫ ਕੈਨੇਡਾ ਦਾ ਕੁਛ ਸਮਝੌਤਾ ਹੋਇਆ ਸੀ, ਪਰੰਤੂ ਕਹਿ ਰਹੇ ਨੇ ਕਿ ਇਹ ਇਸ਼ੂ ਨਹੀਂ ਹੈ, ਇਸ ਨੂੰ ਰਿਜ਼ੋਲਵ ਕੀਤਾ ਜਾ ਸਕਦਾ ਹੈ, ਉਹ ਵੀ ਕੈਨੇਡਾ ਸਰਕਾਰ ਵੱਲੋਂ। ਇਹ ਕਾਫੀ ਇੰਟਰਸਟਿੰਗ ਖਬਰ ਹੈ ਜੀ। ਅਰਸ਼ ਦੇਖੋ, ਜੀਵਨ ਦੇ ਵਿੱਚ ਕੋਈ ਵੀ ਸਮੱਸਿਆ ਹੋਵੇ, ਕਿਸੇ ਵੀ ਲੈਵਲ ਦੀ ਹੋਵੇ, ਇਹ ਗੱਲ ਤੇ ਆਪਾਂ ਸਾਰੇ ਜਾਣਦੇ ਹਾਂ ਵੀ ਉਹ ਨਜਿੱਠੀ ਜਾ ਸਕਦੀ ਹੁੰਦੀ ਹੈ ਤੇ ਜ਼ਿੱਦਾਂ ਨਾਲ ਹੀ ਮਸਲੇ ਅੜੀਆਂ ਨਾਲ ਹੀ ਵਿਗੜਦੇ ਆ। ਪਰ ਇਹ ਹੁਣ ਆਪਾਂ ਦੇਖੋ ਵੀ 30 ਦਸੰਬਰ ਨੂੰ 29 ਦਸੰਬਰ ਨੂੰ ਵੀ ਭੈਣ ਭਰਾਵਾਂ ਨੂੰ ਬੜੇ ਡੀਟੇਲ 'ਚ ਦੱਸਿਆ ਸੀਗਾ ਵੀ ਜਿੱਦਾਂ ਕੋਈ ਵੀ ਇੱਕ ਦੁਕਾਨ ਆ ਨਾ, ਇੱਕ ਪ੍ਰਾਈਵੇਟ ਬਿਜ਼ਨਸ ਆ, ਤੇ ਉਹ ਦੁਕਾਨਦਾਰ ਉੱਥੇ ਡਿਸਾਈਡ ਕਰਦਾ ਵੀ ਮੈਂ ਕਿਹੜੀ ਚੀਜ਼ ਵੇਚਣੀ ਆ ਤੇ ਕਿਹੜੀ ਨਹੀਂ ਵੇਚਣੀ ਆ। ਵੈਰੀ ਕਰੈਕਟ। ਦੁਕਾਨਦਾਰ ਦੱਸਦਾ ਵੀ ਮੈਂ ਕਿਹੜੀ ਚੀਜ਼ ਦਾ ਕਿੰਨਾ ਭਾਅ ਲੈਣਾ ਆ। ਨੈਗੋਸ਼ੀਏਟ ਵੀ ਕੋਈ ਕਰਨਾ ਚਾਹੇ ਤੇ ਉਹ ਕਰੇ ਨਾ ਕਰੇ, ਦੁਕਾਨਦਾਰ ਦੀ ਮਰਜ਼ੀ ਆ, ਉਹ ਬਿਜ਼ਨਸ ਓਨਰ ਆ। ਏਦਾਂ ਹੀ ਜਿੱਦਾਂ ਇੱਕ ਦੁਕਾਨ ਪ੍ਰਾਈਵੇਟ ਬਿਜ਼ਨਸ ਆ ਤੇ ਮਾਲਕ ਦੀ ਜ਼ਿੰਮੇਵਾਰੀ ਆ ਵੀ ਉਹ ਜਿੱਦਾਂ ਉਹਨੂੰ ਚਲਾਉਣਾ ਚਾਹਵੇ ਚਲਾਊ। ਏਅਰਲਾਈਨ ਬਿਜ਼ਨਸ ਵੀ ਕੈਨੇਡਾ ਦੇ ਵਿੱਚ ਆਪਾਂ ਦੱਸਿਆ ਸੀ ਵੀ ਪ੍ਰਾਈਵੇਟ ਬਿਜ਼ਨਸ ਆ, ਲਾਈਕ ਐਨੀ ਅਦਰ ਬਿਜ਼ਨਸ। ਸੋ ਇੱਕ ਦੁਕਾਨਦਾਰੀ ਆ ਕਹਿ ਲਓ ਵੀ ਨਫਾ ਨੁਕਸਾਨ ਦੇਖ ਕੇ ਉਸ ਏਅਰਲਾਈਨ ਨੂੰ ਚਲਾਉਣ ਵਾਲੀ ਮੈਨੇਜਮੈਂਟ ਨੇ ਆਪਣਾ ਫੈਸਲਾ ਕਰਨਾ ਵੀ ਅਸੀਂ ਕਿਹੜੇ ਰੂਟ ਨੂੰ ਸਰਵ ਕਰਨਾ, ਕਿਹੜੇ ਨੂੰ ਨਹੀਂ ਕਰਨਾ। ਕਿਹੜੇ ਨੂੰ ਅਸੀਂ ਕਰਕੇ ਦੇਖ ਲੈਂਦੇ ਹਾਂ ਤੇ ਜੇ ਨੁਕਸਾਨ ਹੋ ਰਿਹਾ ਤੇ ਉਹ ਬੰਦ ਕਰਕੇ ਕੋਈ ਹੋਰ ਨਵੀਂ ਗੱਲ ਕਰਾਂਗੇ। ਹੁਣ ਜੇ ਆਪਾਂ ਕਿਸੇ ਗੱਲ ਨੂੰ ਮੰਨਣਾ ਨਹੀਂ ਚਾਹੁੰਦੇ ਹੁੰਦੇ, ਕਿਉਂਕਿ ਮਾਨਸਿਕਤਾ ਦੇ ਵਿੱਚ ਇਹ ਗੱਲ ਅੜੀ ਹੋਈ ਆ ਕਿਤੇ ਨਾ ਕਿਤੇ ਕੁਝ ਸਮਾਜਾਂ ਦੇ ਵਿੱਚ, ਕੋਈ ਸਰਕਾਰ ਚਾਹਵੇ ਤਾਂ ਕੀ ਨਹੀਂ ਕਰ ਸਕਦੀ। ਇਹ ਕਮਿਊਨਿਸਟ ਸੋਚ ਹੋ ਸਕਦੀ ਆ, ਮਤਲਬ ਉਸ ਦਿਸ਼ਾ ਦੀ ਸੋਚ ਤਾਂ ਹੋ ਸਕਦੀ ਆ, ਪਰ ਸਾਨੂੰ ਅੰਡਰਸਟੈਂਡ ਕਰਨਾ ਪਏਗਾ ਵੀ ਕੈਪੀਟਲਿਜ਼ਮ ਦੇ ਵਿੱਚ ਇਮੋਸ਼ਨਸ ਕੰਮ ਨਹੀਂ ਕਰਦੇ। ਹੁਣ ਗਵਰਨਮੈਂਟ ਆਫ ਕੈਨੇਡਾ ਦਾ ਜਿੱਦਾਂ ਕਿਸੇ ਦੁਕਾਨ ਦੇ, ਸਟੋਰ ਦੇ, ਪ੍ਰਾਈਵੇਟ ਬਿਜ਼ਨਸ ਤੇ ਕੋਈ ਕੰਟਰੋਲ ਨਹੀਂ ਵੀ ਤੁਸੀਂ ਇੱਥੇ ਆਹ ਵੇਚੋ ਆਹ ਨਾ ਵੇਚੋ, ਏਦਾਂ ਹੀ ਕਿਸੇ ਏਅਰਲਾਈਨ ਬਿਜ਼ਨਸ ਤੇ ਉਹਨਾਂ ਦਾ ਕੋਈ ਕੰਟਰੋਲ ਨਹੀਂ ਵੀ ਤੁਸੀਂ ਇੱਧਰ ਨੂੰ ਜਾਓ ਤੇ ਉੱਧਰ ਨੂੰ ਨਾ ਜਾਓ। ਹਾਂ, ਗਵਰਨਮੈਂਟ ਦਾ ਇੰਨਾ ਕੀ ਆ ਵੀ ਜੇ ਤੁਸੀਂ ਕਿਸੇ ਰੂਟ ਤੇ ਜਾਣਾ ਚਾਹੁੰਦੇ ਹੋ ਏਅਰਲਾਈਨ ਦੇ ਤੌਰ ਤੇ ਤੁਸੀਂ ਉਹਨਾਂ ਨੂੰ ਆਪਣੀ ਪ੍ਰਪੋਜ਼ਲ ਭੇਜ ਸਕਦੇ ਹੋ। ਗਵਰਨਮੈਂਟ ਕੋਲ ਰਸਮੀ ਤੌਰ ਤੇ ਇੰਨਾ ਕੀ ਉਹਨਾਂ ਦਾ ਕੰਮ ਆ ਵੀ ਉਹ ਪ੍ਰਪੋਜ਼ਲ ਨੂੰ ਮੰਨ ਸਕਦੇ ਆ ਜਾਂ ਰੱਦ ਕਰ ਸਕਦੇ ਆ। ਵੀ ਜੇ ਹੁਣ ਏਅਰ ਕੈਨੇਡਾ ਕੱਲ ਨੂੰ ਡਿਸਾਈਡ ਕਰੇ ਜੀ ਅਸੀਂ ਅੰਮ੍ਰਿਤਸਰ ਜਾਣਾ, ਜੇ ਗਵਰਨਮੈਂਟ ਆਫ ਕੈਨੇਡਾ ਕਹਿ ਦੇਵੇ ਨਹੀਂ ਤੁਸੀਂ ਨਹੀਂ ਜਾ ਸਕਦੇ, ਫਿਰ ਸਰਕਾਰ ਦਾ ਕਸੂਰ ਮੰਨਿਆ ਨਾ। ਰਾਈਟ। ਪਰ ਏਅਰ ਕੈਨੇਡਾ ਨੇ ਤੇ ਏਦਾਂ ਕਿਹਾ ਹੀ ਨਹੀਂ। ਜਦੋਂ ਇਤਿਹਾਸ ਫਰੋਲ ਕੇ ਦੇਖ ਲਓ ਵੀ ਏਅਰਲਾਈਨਾਂ ਨੇ ਕਿਹਾ ਵੀ ਅੰਮ੍ਰਿਤਸਰ ਅਸੀਂ ਸਿੱਧਾ ਜਾਣਾ ਤੇ ਗਵਰਨਮੈਂਟ ਨੇ ਕਿਹੜਾ ਕਿਹਾ ਵੀ ਨਾ ਜਾਓ। ਫਲਾਈਟਾਂ ਭਰ ਕੇ ਜਾ ਰਹੀਆਂ ਸੀ, ਬਿਲਕੁਲ ਇਕੋਨੋਮੀ ਕਲਾਸ ਭਰ ਕੇ ਜਾ ਰਹੀ ਸੀ। ਆਪਾਂ ਦੱਸਿਆ ਸੀ ਬਿਜ਼ਨਸ ਖਾਲੀ ਜਾ ਰਹੀ ਸੀ। ਬਿਲਕੁਲ। ਰੂਲ ਆਫ ਪ੍ਰੋਫਿਟੇਬਿਲਿਟੀ, ਹਰ ਬਿਜ਼ਨਸ ਦੇ ਮਾਲਕ ਨੇ ਨਫਾ ਨੁਕਸਾਨ ਦੇਖਣਾ ਵੀ ਮੈਂ ਇਹਨੂੰ ਚਲਾ ਸਕਦਾ ਕਿ ਨਹੀਂ ਚਲਾ ਸਕਦਾ। ਬਿਲਕੁਲ। ਉਹਨੂੰ ਨੁਕਸਾਨ ਹੁੰਦਾ ਦਿਸੇ ਤੇ ਉਹ ਐਡਜਸਟਮੈਂਟ ਕਰੂਗਾ ਆਪਣੀ ਬਿਜ਼ਨਸ ਸਟ੍ਰੈਟਜੀ ਦੇ ਵਿੱਚ ਤਾਂ ਕਿ ਉਹ ਦਿਵਾਲੀਆ ਨਾ ਹੋ ਜੇ। ਹੁਣ ਜਾਂ ਤੇ ਹੋਵੇ ਨਾ ਵੀ ਗਵਰਨਮੈਂਟ ਇੱਕ ਰੂਟ ਤੇ ਤੁਸੀਂ ਆਹ ਚਲਾਓ ਜੀ ਏਅਰਲਾਈਨ, ਤੇ ਜਿੰਨਾ ਘਾਟਾ ਪਊਗਾ ਸਾਡੇ ਤੋਂ ਲੈ ਲਿਓ। ਰਾਈਟ। ਹੁਣ ਗਵਰਨਮੈਂਟ ਦਾ ਤੇ ਇਸ ਤਰ੍ਹਾਂ ਦੀ ਕੋਈ ਪਾਲਿਸੀ ਹੈ ਨਹੀਂ। ਉਹ ਇੱਕ ਏਅਰਲਾਈਨ ਨੂੰ ਦੇਣਗੇ, ਬਾਕੀ ਦੇ ਵੀ ਕਹਿਣਗੇ ਵੀ ਉਹਨਾਂ ਨੂੰ ਕਿਉਂ ਦਿੰਦੇ ਹੋ, ਸਾਨੂੰ ਵੀ ਦਿਓ, ਅਸੀਂ ਵੀ ਜਾਣਾ ਚਾਹੁੰਦੇ ਹਾਂ ਜੀ। ਕੰਪੀਟੀਸ਼ਨ ਆ। ਸੋ ਇਸ ਕਰਕੇ ਸਾਨੂੰ ਇਹ ਅੰਡਰਸਟੈਂਡ ਕਰਨਾ ਪਏਗਾ ਕੈਪੀਟਲਿਜ਼ਮ ਦੇ ਵਿੱਚ ਕਿਸ ਤਰੀਕੇ ਨਾਲ ਬਿਜ਼ਨਸ ਫੰਕਸ਼ਨ ਕਰਦਾ ਹੈ, ਡਿਸੀਜ਼ਨ ਮੇਕਿੰਗ ਪ੍ਰੋਸੈਸ ਕੀ ਹੁੰਦਾ, ਲੌਬਿੰਗ
ਕਿੱਥੇ ਕਰਕੇ ਆਪਣੀ એનર્ਜੀ ਜਿਹੜੀ ਅਸੀਂ ਲਾਈਏ ਤਾਂ ਕਿ ਉਹ ਕਿਸੇ ਕੰਮ ਵੀ ਆ ਜਾਏ। ਤੇ ਜੇ ਉਹਦਾ ਆਪਾਂ ਜਾਣੀ ਹਨੇਰੇ 'ਚ ਲਾਠੀਆਂ ਮਾਰਾਂਗੇ ਤੇ ਉਹਦਾ ਸਿੱਟਾ ਹੁਣ ਦੇਖ ਲਓ ਕਿੰਨੇ ਸਾਲਾਂ ਤੋਂ ਕੋਈ ਨਿਕਲ ਰਿਹਾ। ਕੋਈ ਮਤਲਬ ਚਲੋ ਜੀ ਵੀ ਉਹਨਾਂ ਨੇ ਦਿੱਲੀ ਕੰਸਨਟ੍ਰੇਸ਼ਨ ਕਰ ਲਈ, ਨਹੀਂ ਹੋਣੀ ਚਾਹੀਦੀ ਸੀ। ਆਪਾਂ ਦੇਖਿਆ ਵੀ ਏਅਰ ਇੰਡੀਆ ਨੇ ਵੀ ਫਲਾਈਟ ਸਿੱਧੀ ਚਲਾ ਕੇ ਦੇਖ ਲਈ। ਅਸੀਂ ਕੋਈ ਸਰਕਾਰਾਂ ਦਾ ਪੱਖ ਨਹੀਂ ਹੈ ਇਹਦੇ 'ਚ, ਨਾ ਇੰਡੀਆ। ਚਲੋ ਏਅਰ ਇੰਡੀਆ ਤੇ ਉੱਥੇ ਗਵਰਨਮੈਂਟ ਦੇ ਹਜੇ ਕੰਟਰੋਲ 'ਚ ਉਹਨਾਂ ਨੇ ਚਲੋ ਹੁਣ ਤਾਂ ਵੇਚ ਲਈ ਆ ਨਾ ਜੀ। ਜਦੋਂ ਉਹਨਾਂ ਦੇ ਕੰਟਰੋਲ 'ਚ ਸੀ ਉਹ ਚਲਾ ਸਕਦੇ ਸੀ ਵੀ ਬਾਕੀ ਰੂਟਾਂ ਤੇ ਘਾਟਾ ਪੈਂਦਾ ਇਹਦੇ ਵੀ ਪੈਣ ਦਿਓ, ਚੱਲਦਾ ਰਹਿਣ ਦਿਓ। ਰਾਈਟ। ਇੰਨਾ ਕੁ ਚਲੋ ਉਹਨਾਂ ਦਾ ਮੰਨ ਲੈਂਦੇ ਵੀ ਇੱਦਾਂ ਉਹਨਾਂ ਨੇ ਨਹੀਂ ਕੀਤਾ। ਰਾਈਟ। ਪਰ ਇਹ ਕੈਨੇਡੀਅਨ ਗਵਰਨਮੈਂਟ ਏਦਾਂ ਨਹੀਂ ਕਰ ਰਹੀ ਕਿਉਂਕਿ ਇੱਥੇ ਏਅਰਲਾਈਨ ਪ੍ਰਾਈਵੇਟ ਬਿਜ਼ਨਸ ਆ, ਜ਼ੀਰੋ ਕੰਟਰੋਲ ਆ ਸਰਕਾਰ ਦਾ ਕਿਸੇ ਏਅਰਲਾਈਨ ਦੇ ਉੱਤੇ। ਸੋ ਕੈਨੇਡਾ ਸਰਕਾਰ ਜਾਂ ਕੈਨੇਡਾ ਦੀ ਸੰਸਦ ਓਨਾ ਕੁ ਹੀ ਆਪਣਾ ਪ੍ਰਭਾਵ ਰੱਖ ਸਕਦੀ ਆ ਕਿਸੇ ਏਅਰਲਾਈਨ ਨੂੰ ਜਾਂ ਕਾਰੋਬਾਰ ਨੂੰ ਕਹਿਣ ਲਈ ਕਿ ਭਾਈ ਜੀ ਆਹ ਸਮਾਨ ਵੇਚੋ ਤੇ ਆਹ ਨਾ ਵੇਚੋ, ਜਿੰਨਾ ਕਿ ਆਮ ਬੰਦਾ, ਆਮ ਗਾਹਕ ਵੀ ਤੇ ਏਅਰਲਾਈਨ ਨੂੰ ਜਾਂ ਦੁਕਾਨਦਾਰ ਨੂੰ ਜਾ ਕੇ ਕਹਿ ਹੀ ਸਕਦਾ ਨਾ ਵੀ ਆਹ ਚੀਜ਼ ਬਈ ਸਾਨੂੰ ਚਾਹੀਦੀ ਹੁੰਦੀ ਆ। ਬਿਲਕੁਲ। ਤੇ ਜਦੋਂ ਉੱਥੋਂ ਰਿਪਰੈਜ਼ੈਂਟੇਟਿਵ ਤੌਰ ਤੇ ਜਾਣੀ ਕਿ ਰਿਕੁਐਸਟ ਮਿਲ ਜਾਣਗੀਆਂ ਤੇ ਆਪੇ ਗਾਹਕ ਉਹਨੂੰ, ਦੁਕਾਨਦਾਰ ਨੂੰ ਲੱਗੂਗਾ, ਬਿਜ਼ਨਸ ਓਨਰ ਨੂੰ ਲੱਗੂਗਾ, ਭਾਵ ਕਿ ਏਅਰਲਾਈਨ ਨੂੰ ਲੱਗੂਗਾ ਕਿ ਸਾਨੂੰ ਕੁਝ ਕਰਨਾ ਚਾਹੀਦਾ ਜੀ। ਹੁਣ ਉਹਨਾਂ ਨੇ ਜੇ ਪਹਿਲਾਂ ਡਿਮਾਂਡ ਉੱਠੀ ਸੀ, ਫਲਾਈਟਾਂ ਚਲਾ ਕੇ ਦੇਖੀਆਂ, ਹਰ ਫਲਾਈਟ ਬੰਦ ਕਰਨੀ ਪਈ ਕਿਉਂਕਿ ਇਕੋਨੋਮਿਕ ਕਲਾਸ 'ਚ ਬੈਠੇ ਲੋਕਾਂ ਨੂੰ ਲੱਗਦਾ ਵੀ ਫਲਾਈਟ ਭਰ ਕੇ ਜਾ ਰਹੀ ਆ, ਉਹਨਾਂ ਨੂੰ ਲੱਗਦਾ ਵੀ ਸਾਡੀ ਸਾਰੀ ਬਿਜ਼ਨਸ ਕਲਾਸ ਖਾਲੀ ਆ ਜਿੱਥੋਂ ਅਸੀਂ 4 ਪੈਸੇ ਬਣਾਉਣੇ ਆ। ਬਿਲਕੁਲ। ਸੋ ਤਦ ਕਰਕੇ ਇਹ ਆ ਜੀ ਵੀ ਇਹ ਪ੍ਰੋਫਿਟੇਬਿਲਿਟੀ ਦੇ ਬੇਸ ਤੇ ਏਅਰਲਾਈਨਸ, ਆਪਾਂ 30 ਦਸੰਬਰ ਨੂੰ ਵੀ ਦੱਸਿਆ ਸੀਗਾ ਵੀ ਸਪਸ਼ਟ ਤੌਰ ਤੇ ਉਹਨਾਂ ਨੂੰ ਲੱਗਦਾ ਵੀ ਸਿੱਧੀ ਫਲਾਈਟ ਕੈਨੇਡਾ ਤੋਂ ਅੰਮ੍ਰਿਤਸਰ ਲਿਜਾ ਕੇ ਸਾਨੂੰ ਬਚਦਾ ਕੱਖ ਨਹੀਂ, ਘਾਟਾ ਪੈਂਦਾ। ਤਦ ਕਰਕੇ ਜਾਣੀ ਇਹ ਫੈਸਿਲਿਟੀ ਹੁਣ ਕਨੈਕਟਿੰਗ ਫਲਾਈਟਸ ਦੀ ਜਿੰਨੀ ਕੁ ਵੀ ਹੈਗੀ ਆ, ਭਾਵੇਂ ਉਹ ਲਿਮਟਿਡ ਆ, ਉਹ ਵਧਾਈ ਜਾਣੀ ਵੀ ਚਾਹੀਦੀ ਆ। ਸਿੱਧੀ ਫਲਾਈਟ ਵੀ ਹੋਣਾ ਚਾਹੀਦਾ, ਸਭ ਕੁਝ ਹੋਣਾ ਚਾਹੀਦਾ। ਕਹਿਣ ਦਾ ਮਤਲਬ ਸਾਨੂੰ ਆਪਣੀ ਐਨਰਜੀ ਠੀਕ ਪਾਸੇ ਲਾਉਣੀ ਚਾਹੀਦੀ ਲੌਬੀ ਵਾਸਤੇ। ਬਿਲਕੁਲ। ਕੈਨੇਡੀਅਨ ਗਵਰਨਮੈਂਟ ਜਾਂ ਕੈਨੇਡਾ ਦੀ ਪਾਰਲੀਮੈਂਟ ਨੂੰ ਲੌਬੀ ਕਰਨਾ ਸਿੱਟਾ ਉਹ ਨਹੀਂ ਪ੍ਰਾਪਤ ਹੋਏਗਾ ਜਿਹੜਾ ਅਚੀਵ ਕਰਨਾ ਚਾਹੁੰਦੇ ਆ ਨਾ। ਏਅਰਲਾਈਨ ਨੂੰ ਜਾਂ ਚਲੋ ਬਿਜ਼ਨਸ ਓਨਰ ਨੂੰ, ਜੋ ਆਪਾਂ ਬਿਜ਼ਨਸ ਦੇ ਕੋਲੋਂ ਲੈਣਾ ਚਾਹੁੰਦੇ ਵੀ ਇੱਦਾਂ ਇਹ ਕਰੇ ਤੇ ਏਦਾਂ ਉਹਨਾਂ ਨੂੰ ਕਹਿਣ ਵਿੱਚ ਕੀ ਹਰਜ ਆ। ਅਸੀਂ ਵਿੱਚੋਂ ਵਲ ਕਿਉਂ ਪਾਉਣਾ ਚਾਹੁੰਦੇ ਵਿਚੋਲਾ ਵੀ ਸਰਕਾਰ ਕਹੇ। ਸਰਕਾਰ ਦਾ ਵੀ ਉਹਨਾਂ ਪ੍ਰਭਾਵ ਹੀ ਆ ਜਿੰਨਾ ਤੁਹਾਡਾ ਆਮ ਲੋਕਾਂ ਦਾ ਜੀ। ਆਮ ਲੋਕ 1 ਲੱਖ ਪਟੀਸ਼ਨ ਲਿਖ ਕੇ ਪਾ ਦੇਣ ਏਅਰ ਕੈਨੇਡਾ ਨੂੰ, ਏਅਰ ਕੈਨੇਡਾ ਪ੍ਰਪੋਜ਼ਲ ਗਵਰਨਮੈਂਟ ਨੂੰ ਭੇਜੇ ਵੀ ਸਾਨੂੰ ਲੱਗ ਰਿਹਾ ਜੀ ਡਿਮਾਂਡ ਆ ਰਹੀ ਆ ਟੋਰਾਂਟੋ ਅੰਮ੍ਰਿਤਸਰ, ਸਾਨੂੰ ਫਲਾਈਟ ਚਲਾਉਣ ਦੀ ਇਜਾਜ਼ਤ ਦਿਓ। ਤੇ ਉਹ ਪ੍ਰੋਸੈਸ ਆ। ਕੱਲ੍ਹ ਨੂੰ ਜੇ ਗਵਰਨਮੈਂਟ ਨਾ ਕਿਉਂ ਨਾ ਦਊਗੀ ਗਵਰਨਮੈਂਟ ਇਜਾਜ਼ਤ, ਜੇ ਏਅਰਲਾਈਨ ਜਾਣਾ ਚਾਹੂਗੀ ਤਾਂ ਹੈ ਨਾ, ਫ੍ਰੀ ਮਾਰਕੀਟ ਹੈ, ਪ੍ਰਾਈਵੇਟ ਮਾਰਕੀਟ ਹੈ। ਬਿਲਕੁਲ। ਜਿਹੜਾ ਇਹ ਕਈ ਲੋਕਾਂ ਨੂੰ ਕਨਫਿਊਜ਼ਨ ਹੋ ਗਈ ਆ ਵੀ ਪਿਛਲੇ ਸਾਲ ਏਅਰ ਕੈਨੇਡਾ ਦੇ ਵਿੱਚ ਗਵਰਨਮੈਂਟ ਨੇ ਹਿੱਸਾ ਪਾ ਲਿਆ ਸੀ, ਇਹ ਇਲ ਇਨਫੋਰਮੇਸ਼ਨ ਹੈ। ਕੈਨੇਡਾ ਗਵਰਨਮੈਂਟ ਨੇ ਏਅਰ ਕੈਨੇਡਾ 'ਚ ਕੋਈ ਹਿੱਸਾ ਨਹੀਂ ਪਾਇਆ। ਉਹਨਾਂ ਨੇ ਵਿਆਜ ਤੇ ਉਹਨਾਂ ਨੂੰ ਕਰਜ਼ਾ ਜਾਂ ਕਹ ਲਓ ਮਦਦ ਦੇਣ ਦਾ ਫੈਸਲਾ ਕੀਤਾ ਸੀਗਾ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ। ਬਿਲਕੁਲ। ਉਹ ਵੀ ਅਪ੍ਰੈਲ ਦੇ ਵਿੱਚ ਉਹ ਐਗਰੀਮੈਂਟ ਹੋਇਆ ਸੀ, ਨਵੰਬਰ 'ਚ ਏਅਰ ਕੈਨੇਡਾ ਨੇ ਰਿਫਿਊਜ਼ ਕਰਤਾ ਵੀ ਸਾਨੂੰ ਲੋੜ ਹੀ ਨਹੀਂ ਤੁਹਾਡੇ ਪੈਸੇ ਦੀ। ਉਹਨਾਂ ਨੇ ਉਹ ਮਤਲਬ ਕਹਿ ਲਓ ਵੀ ਲਾਈਨ ਆਫ ਕ੍ਰੈਡਿਟ ਜਾਂ ਜੋ ਵੀ ਗਵਰਨਮੈਂਟ ਨੇ ਆਫਰ ਉਹਨਾਂ ਨੂੰ ਕੀਤਾ ਸੀਗਾ, ਜੀ, ਉਹ ਉਹਨਾਂ ਨੇ ਕਹਿਤਾ ਵੀ ਸਾਨੂੰ ਇਹਦੀ ਲੋੜ ਨਹੀਂ, ਸਾਡਾ ਕੰਮ ਹੁਣ ਚੱਲ ਪਿਆ। ਰਾਈਟ। ਅੱਛਾ, ਇਹਦੇ ਨਾਲ ਹੀ ਫਿਰ ਏਅਰ ਕੈਨੇਡਾ ਦੇ ਸ਼ੇਅਰ ਆ ਨਾ ਜਿਹੜੇ 500 ਮਿਲੀਅਨ ਦੇ ਕੈਨੇਡੀਅਨ ਗਵਰਨਮੈਂਟ ਨੇ ਖਰੀਦੇ ਸੀ ਉਸ ਐਗਰੀਮੈਂਟ ਦੇ ਵਿੱਚ। ਪਰ ਹੁਣ ਸ਼ੇਅਰ ਮੇਰੇ ਖਿਆਲ ਸਾਰੇ ਭੈਣ ਭਰਾ ਖਰੀਦਦੇ ਵੇਚਦੇ ਹੋਣਗੇ। 500 ਮਿਲੀਅਨ ਦੇ ਸ਼ੇਅਰ ਜਿਹੜੇ ਜਸਟ 6% ਬਣਦੇ ਏਅਰ ਕੈਨੇਡਾ ਦੇ, 6%। ਰਾਈਟ। ਇੱਕ 1/3 ਜਾਂ ਕੋਈ 50% ਹਿੱਸਾ ਨਹੀਂ ਹੈ, 6%। ਅੱਛਾ, ਹੁਣ ਸ਼ੇਅਰ ਤਾਂ ਭੈਣ ਭਰਾ ਸਾਰੇ ਹੀ ਖਰੀਦਦੇ ਵੇਚਦੇ ਹੋਣਗੇ ਤੇ ਕਿੰਨਾ ਕਿ ਤੁਹਾਨੂੰ ਡਿਸੀਜਨ ਮੇਕਿੰਗ ਕੰਟਰੋਲ ਮਿਲ ਜਾਂਦਾ ਉਸ ਕੰਪਨੀ ਦੇ ਜਿਹੜੇ ਤੁਸੀਂ ਸ਼ੇਅਰ ਖਰੀਦ ਲਓ। ਸੋ ਸ਼ੇਅਰ ਖਰੀਦਣਾ ਗੱਲ ਇੱਕ ਵੱਖਰੀ ਆ, ਮਤਲਬ ਉਸ ਬਿਜ਼ਨਸ ਦੇ ਵਿੱਚ ਹਿੱਸੇਦਾਰੀ ਹੋਣਾ ਗੱਲ ਇੱਕ ਵੱਖਰੀ ਆ। ਮੈਨੇਜਮੈਂਟ ਦੀ ਡਿਸੀਜਨ ਮੇਕਿੰਗ ਪ੍ਰੋਸੈਸ ਦੇ ਵਿੱਚ ਏਅਰ ਕੈਨੇਡਾ 500 ਮਿਲੀਅਨ ਡਾਲਰ ਦੀ ਸ਼ੇਅਰ ਵੇਚ ਕੇ ਆਪਣਾ ਨਾਲ ਮੈਨੇਜਮੈਂਟ ਕੰਟਰੋਲ ਨਹੀਂ ਸਰਕਾਰ ਨੂੰ ਦੇਤਾ ਉਹਨੇ। ਸੋ ਤਦ ਕਰਕੇ ਇਹ ਅੰਡਰਸਟੈਂਡ ਕਰਨਾ ਪਏਗਾ ਆਪਾਂ ਨੂੰ ਪ੍ਰੋਪਰਲੀ ਵੀ ਇਸ ਦੇਸ਼ ਦੇ ਕੈਪੀਟਲਿਜ਼ਮ ਦੇ ਵਿੱਚ ਬਿਜ਼ਨਸ ਤੇ ਗਵਰਨਮੈਂਟ ਫੰਕਸ਼ਨ ਕਿੱਦਾਂ ਕਰਦੀ ਆ ਜੀ। ਉਹਨੂੰ ਅੰਡਰਸਟੈਂਡ ਕੀਤੇ ਬਿਨਾਂ ਕਿਸੇ ਮਤਲਬ ਆਪਾਂ ਰਾਜਨੀਤੀ ਜਾਂ ਹੋਰ ਇਹ ਸਾਰਾ ਕੁਝ ਜਿੱਦਾਂ ਵੀ ਚੱਲਦਾ ਸਭ ਕੁਝ ਕਰਨਾ ਚਾਹੀਦਾ। ਆਪਾਂ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਵਾਲ ਪਾਉਣ ਦੀ ਲੋੜ ਨਹੀਂ, ਐਨਰਜੀ ਲੋਕਾਂ ਦੀ ਭੈਣ ਭਰਾਵਾਂ ਦੀ ਵੇਸਟ ਨਹੀਂ ਆਪਾਂ ਕਰਨੀ ਹੈ। ਆਪਾਂ ਉਹ ਕਰੀਏ, ਆਪਣਾ ਕਦਮ ਉਠਾਈਏ ਜਿਹੜੇ ਉਠਾਏ ਹੋਏ ਕਦਮ ਦੇ ਨਾਲ ਸਾਡਾ ਮਸਲਾ ਹੱਲ ਹੋ ਜੇ ਪ੍ਰਭਾਵੀ ਤਰੀਕੇ ਨਾਲ ਜੀ। ਆਪਣਾ ਨਿਸ਼ਾਨਾ ਆ ਵੀ ਫਲਾਈਟ ਸਿੱਧੀ ਸ਼ੁਰੂ ਹੋ ਜੇ, ਫਿਰ ਕਿਸੇ ਨਾ ਕਿਸੇ ਤਰ੍ਹਾਂ ਏਅਰ ਕੈਨੇਡਾ ਨੂੰ ਕਾਇਲ ਕਰਨਾ ਪਏਗਾ। ਉਸ ਤੋਂ ਬਿਨਾਂ ਇਹ ਕੰਮ ਨਹੀਂ ਚੱਲਣਾ ਵੀ ਹਾਂਜੀ ਤੁਸੀਂ ਫਲਾਈਟ ਸ਼ੁਰੂ ਕਰੋਗੇ ਤੇ ਇਹ ਘਾਟਾ ਨਹੀਂ ਪਏਗਾ ਤੁਹਾਨੂੰ ਇਹਨਾਂ ਕਾਰਨਾਂ ਕਰਕੇ।
ਉਹ ਪ੍ਰਪੋਜ਼ਲ ਜੇ ਬਣਾ ਕੇ ਉੱਥੇ ਉਹਨਾਂ ਕੋਲ ਜਾਂਦੀ ਆ, ਉਹਨਾਂ ਨੂੰ ਅਟਰੈਕਟਿਵ ਲੱਗਦੀ ਆ ਜੀ, ਉਹ ਫਲਾਈਟ ਪਲਾਨ ਕਰ ਲੈਣਗੇ। ਗਵਰਨਮੈਂਟ ਕੋ ਅਪਰੂਵਲ ਲੈਣਾ 에ਅਰ ਕੈਨੇਡਾ ਦਾ ਆਪਣਾ ਕੰਮ ਹੈ। ਗਵਰਨਮੈਂਟ ਦਾ ਮਤਲਬ ਵੀ ਕੋਈ ਨਹੀਂ ਵੀ ਅਪਰੂਵਲ ਨਾ ਦੇਵੇ। ਦਿੱਲੀ ਨੂੰ ਜਾ ਸਕਦੀ ਆ, ਬੰਬੇ ਨੂੰ ਜਾ ਸਕਦੀ ਆ, ਅੰਮ੍ਰਿਤਸਰ ਨੂੰ ਕਿਉਂ ਨਹੀਂ ਜਾ ਸਕਦੀ? ਪਰ ਸਾਨੂੰ ਜਿਹੜਾ ਆਪਣੀ ਐਨਰਜੀ ਆ ਉਹ ਰਾਈਟ ਟਰੈਕ ਤੇ ਰੱਖ ਕੇ ਲੌਬੀ ਦੀ ਜਿਹੜੀ ਦਿਸ਼ਾ ਉਹ ਠੀਕ ਰੱਖਣੀ ਪਏਗੀ। ਨਹੀਂ ਤੇ ਫਿਰ ਇਸ ਤਰੀਕੇ ਦੇ ਨਾਲ ਚੱਲਿਆ ਤੇ ਫਿਰ ਲੋਕਾਂ ਦਾ ਟਾਈਮ ਵੀ ਵੇਸਟ ਹੁੰਦਾ ਤੇ ਹਰ ਇੱਕ ਭੈਣ ਭਰਾ ਦਾ। ਜੌਲ ਸਾਹਿਬ ਆਓ ਫਿਰ ਗੱਲਬਾਤ ਕਰੀਏ। ਕਾਫੀ ਟਾਈਮ ਕਾਫੀ ਟਾਈਮ ਹਫਤੇ 2 ਹਫਤੇ ਜਾਂ 3 ਹਫਤੇ ਪਹਿਲਾਂ ਇੱਕ ਖਬਰ ਆਈ ਸੀ ਬਾਹਰ ਕਿ ਜਿੰਨੇ ਵੀ ਇੰਡੀਅਨ ਜਿਹੜੇ ਹੋਮ ਕੁਆਰੰਟੀਨ ਫॉर ਕੋਵਿਡ ਪੋਜ਼ਿਟਿਵ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਆਉਂਦੇ ਨੇ ਉਹਨਾਂ ਨੂੰ ਆਈਸੋਲੇਸ਼ਨ ਕਰਨਾ ਪੈਣਾ ਕੁਛ ਦਿਨਾਂ ਵਾਸਤੇ, ਆਈ ਥਿੰਕ 7 ਡੇਜ਼ ਵਾਸਤੇ ਹੋਟਲ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਰਹਿਣਾ ਚਾਹੁੰਦੇ ਹੋ। ਤੇ ਇਸ ਵੇਲੇ ਉਹ ਕਹਿ ਰਹੇ ਨੇ ਕਿ ਹੁਣ ਜਨਵਰੀ 22 ਤੋਂ ਇਟਸ ਨਾਟ ਰਿਕੁਆਇਰਡ। ਇਹਦਾ ਮਤਲਬ ਇਹ ਹੈ ਕਿ ਕੀ ਕੋਵਿਡ ਓਮਿਕਰੋਨ ਇੰਡੀਆ ਦੇ ਵਿੱਚੋਂ ਮਿਟ ਰਿਹਾ ਜੀ ਹੌਲੀ ਹੌਲੀ? ਉਹ ਕਹਿੰਦੇ ਜੀ ਦੁਨੀਆ ਤੋਂ ਰਿਹਾ ਹੌਲੀ ਹੌਲੀ, ਜਿੱਥੋਂ ਸ਼ੁਰੂ ਹੋਇਆ ਸੀ ਤੋਂ ਸ਼ੁਰੂ ਹੋਇਆ ਸੀਗਾ ਉੱਥੇ ਸਭ ਤੋਂ ਪਹਿਲਾਂ ਕੇਸ ਕੱਟਣ। ਇਹ ਹੁਣ ਇੰਗਲੈਂਡ ਤੱਕ ਗੱਲ ਪਹੁੰਚੀ ਹੋਈ, ਜਿੱਥੇ ਮੱਖੀਆਂ ਵਾਂਗੂ ਪਹਿਲਾਂ ਲੋਕ ਮਰਦੇ ਰਹੇ ਆ। ਤੇ ਇੱਥੇ ਓਨਟਾਰੀਓ 'ਚ ਵੀ ਆਪਾਂ ਦੇਖਿਆ ਵੀ 31 ਜਨਵਰੀ ਨੂੰ ਹੁਣ ਜੀ ਦੁਬਾਰਾ ਰੀਓਪਨਿੰਗ ਹੋ ਰਹੀ ਆ। ਸੋ ਉਸ ਲਿਹਾਜ਼ ਨਾਲ ਲੇਕਿਨ ਕਿ ਇਹ ਭਾਰਤ ਦੇ ਵਿੱਚ ਹੁਣ ਗਾਈਡਲਾਈਨਸ ਉਹਨਾਂ ਨੇ ਜੀ ਵੀ ਇਹ ਇੱਕ ਦਫਾ ਫਿਰ ਚੇਂਜ ਕਰਨ ਦਾ ਐਲਾਨ ਕੀਤਾ, ਜਿਹੜੀਆਂ ਕਿ ਆਪਾਂ ਹੁਣ ਕਹਿ ਸਕਦੇ ਹਾਂ ਵੀ ਉੱਥੇ 22 ਤਰੀਕ ਸ਼ੁਰੂ ਹੋਣ ਦੇ ਵਿੱਚ ਗੋਡੇ ਨਹੀਂ ਰਹਿ ਗਏ। ਰਾਤ 8 ਤੇ ਉੱਥੇ ਬਾਜੀ ਚੱਲੇ ਆ, 4 ਘੰਟਿਆਂ ਬਾਅਦ 22 ਤਰੀਕ ਹੈ। ਸੋ 22 ਤਰੀਕ ਦਾ ਮਤਲਬ ਆਪਾਂ ਕਹਿ ਸਕਦੇ ਵੀ ਇਮੀਡੀਏਟਲੀ ਇਹ ਇਸ ਤਰੀਕੇ ਨਾਲ ਰੂਲ ਅਪਲਾਈ ਹੋ ਰਿਹਾ ਨਵੀਆਂ ਗਾਈਡਲਾਈਨਸ ਦੇ ਮੁਤਾਬਕ ਵੀ ਜਿਹੜੇ ਲੋਕ ਜਾਣਗੇ ਪੈਸੇਂਜਰ ਫੋਰਨ ਕੰਟਰੀਜ਼ ਤੋਂ ਇੰਡੀਆ ਦੇ ਵਿੱਚ ਲੈਂਡ ਕਰਨਗੇ ਕਿਸੇ ਵੀ ਤਰੀਕੇ ਨਾਲ, ਚਲੋ ਬਾਈ ਏਅਰ ਨਹੀਂ ਤਾਂ ਵੀ ਉੱਥੇ ਐਂਟਰ ਹੋਣ ਦੀ ਕੋਸ਼ਿਸ਼ ਹੋਊਗੀ ਜੀ। ਤੇ ਜੇ ਉੱਥੇ ਜਾ ਕੇ ਉਹਨਾਂ ਦਾ ਟੈਸਟ ਹੁੰਦਾ ਕੋਵਿਡ ਦਾ ਤੇ ਉਹ ਪੋਜ਼ਿਟਿਵ ਨਿਕਲ ਆਉਂਦਾ ਫਿਰ ਉਹ ਲੈ ਜਾਂਦੇ ਸੀ ਹੋਟਲ 'ਚ ਜਾਂ ਕਹਿੰਦੇ ਸੀ ਵੀ ਫਲਾਨੀ ਜਗ੍ਹਾ ਤੁਸੀਂ ਇੰਨੇ ਦਿਨ ਰਹਿਣਾ ਜਿੰਨਾ ਚਿਰ ਨੈਗੇਟਿਵ ਟੈਸਟ ਨਹੀਂ ਆ ਜਾਂਦਾ। ਉਹ ਹੁਣ ਰੂਲ ਚੇਂਜ ਕਰਕੇ ਕਹਿੰਦੇ ਵੀ ਜਿਹੜੇ ਪੋਜ਼ਿਟਿਵ ਵੀ ਕੋਈ ਨਿਕਲ ਆਊਗਾ ਉਹ ਘਰੇ ਜਾ ਕੇ ਸੈਲਫ ਆਈਸੋਲੇਟ ਕਰੂ ਮਿਨੀਮਮ 7 ਡੇਜ਼ ਜਾਂ ਜਦੋਂ ਤੱਕ ਉਹਦਾ ਨੈਗੇਟਿਵ ਟੈਸਟ ਨਾ ਆ ਜੇ। ਹੁਣ ਜਾ ਕੇ ਅਰਾਈਵਿੰਗ ਪੈਸੇਂਜਰਸ ਨੂੰ ਸਾਰੇ ਹੀ ਵਿਦੇਸ਼ਾਂ ਤੋਂ ਜਿਹੜੇ ਜਾ ਰਹੇ ਆ ਘਰਾਂ ਦੇ ਵਿੱਚ 7 ਦਿਨ ਤਾਂ ਉਹਨਾਂ ਨੂੰ ਕਰਨਾ ਹੀ ਪੈਂਦਾ ਸੈਲਫ ਆਈਸੋਲੇਟ, ਟੈਸਟ ਕਰਾਉਣਾ ਪੈਂਦਾ, ਅਪਲੋਡ ਕਰਨਾ ਪੈਂਦਾ ਫਿਰ ਰਿਜ਼ਲਟ ਉਹਦਾ, ਹਨਾ। ਉਹ ਸਾਰਾ ਪ੍ਰੋਸੈਸ ਆਪਾਂ ਸਮਝਾਇਆ ਸੀ, ਉਹ ਪ੍ਰੋਸੈਸ ਉਦਾਂ ਹੀ ਰਹੂਗਾ। ਪਰ ਵੀ ਹੁਣ ਜਿਹੜਾ ਉਹ ਜ਼ਬਰਦਸਤੀ ਏਅਰਪੋਰਟ ਚੋਂ ਕੱਢ ਕੇ ਲੈ ਜਾਂਦੇ ਸੀ ਫੜ ਕੇ ਹੀ ਇੱਕ ਤਰੀਕੇ ਨਾਲ ਵੀ ਫਲਾਨੀ ਜਗ੍ਹਾ ਤੇ ਤੁਹਾਨੂੰ ਇੰਨੇ ਦਿਨ ਰਹਿਣਾ ਪੈਣਾ ਆ, ਜਿੱਦਾਂ ਅੰਮ੍ਰਿਤਸਰ ਪਿੱਛੇ ਆਪਾਂ ਦੇਖਿਆ ਸੀਗਾ ਸੈਂਕੜੇ ਦੀ ਤਾਦਾਦ ਦੇ ਵਿੱਚ ਲੋਕ ਪੋਜ਼ਿਟਿਵ ਆਏ ਜਾਂ ਵਗੈਰਾ। ਸੋ ਉਹਦੇ ਵਿੱਚ ਇਹ ਆ ਵੀ ਇੰਡੀਆ ਪਹੁੰਚ ਕੇ ਜਿਹੜੇ ਲੋਕ ਪੋਜ਼ਿਟਿਵ ਟੈਸਟ ਕਰਨਗੇ, ਰਿਪੋਰਟ ਆਊਗੀ, ਉਹ ਆਪਣੇ ਘਰੇ ਜਾ ਕੇ ਸੈਲਫ ਆਈਸੋਲੇਟ ਕਰਨਗੇ ਤੇ 8ਵੇਂ ਦਿਨ ਜਾਂ ਜਦੋਂ ਵੀ ਉਹਨਾਂ ਦਾ ਜਿਹੜਾ ਟੈਸਟ ਨੈਗੇਟਿਵ ਆ ਉਹ ਜਦੋਂ ਅਪਲੋਡ ਕਰ ਦੇਣਗੇ ਤੇ ਸੈਲਫ ਆਈਸੋਲੇਸ਼ਨ ਖਤਮ ਹੋ ਜਾਏਗੀ ਜੀ। ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਹੁਣ ਭੈਣ ਭਰਾਵਾਂ ਨੂੰ ਤਾਂ ਆਪਾਂ ਸਵੇਰੇ ਨਾਲੇ ਪੰਜਾਬੀ 'ਚ ਭੇਜਿਆ ਨਾਲੇ ਅੰਗਰੇਜ਼ੀ 'ਚ ਭੇਜਿਆ, ਉਹਨੂੰ ਜੇ ਹੁਣ ਜਿਹੜਾ ਭੈਣ ਭਰਾ ਧਿਆਨ ਨਾਲ ਨਹੀਂ ਪੜ੍ਹੇਗਾ ਜਾਂ ਨਹੀਂ ਪੜ੍ਹੇਗੀ ਉਹਨੂੰ ਤੇ ਫਿਰ ਸਮਝ ਨਹੀਂ ਨਾ ਲੱਗਣੀ ਵੀ ਗੱਲ ਕੀ ਹੋਈ ਆ। ਬਿਲਕੁਲ ਹਾਂਜੀ। ਸੋ ਇਸ ਕਰਕੇ ਇਹ ਆ ਵੀ ਇੱਥੋਂ ਜਹਾਜ਼ 'ਚ ਬੈਠਣ ਲਈ ਤਾਂ ਨੈਗੇਟਿਵ ਟੈਸਟ ਲੈਣਾ ਹੀ ਪੈਣਾ, ਪਰ ਜੇ ਉੱਥੇ ਉਤਰ ਕੇ ਜਾ ਕੇ ਪੋਜ਼ਿਟਿਵ ਹੋ ਗਿਆ ਤੇ ਫਿਰ ਪਹਿਲਾਂ ਸੀਗਾ ਵੀ ਉਹ ਆਪਣੇ ਕੋਲ ਰੱਖਦੇ ਸੀਗੇ ਜਿੰਨਾ ਚਿਰ ਬੰਦਾ ਨੈਗੇਟਿਵ ਨਾ ਹੋ ਜੇ। ਹੁਣ ਇਹ ਆ ਵੀ ਘਰੇ ਜਾ ਕੇ ਸੈਲਫ ਆਈਸੋਲੇਟ ਕੀਤਾ ਜਾ ਸਕੂਗਾ ਇਮੀਡੀਏਟਲੀ। ਚਲੋ 22 ਜਨਵਰੀ ਹੁਣ ਹੋ ਚੱਲੀ ਸ਼ੁਰੂ। ਤੁਹਾਡਾ ਕੋਈ ਸਵਾਲ ਜਵਾਬ ਹੋਵੇ ਤੁਸੀਂ ਕਰ ਸਕਦੇ ਹੋ ਜੀ 905 813 1320। ਜੌਲ ਸਾਹਿਬ ਦੂਸਰੀ ਜਿਹੜੀ ਖਬਰ ਜੋ ਕਾਫੀ ਸੈਡ ਨਿਊਜ਼ ਵੀ ਹੈ, ਇੱਕ ਪਰਿਵਾਰ ਇੱਕ ਇੰਡੀਅਨ ਗੁਜਰਾਤੀ ਫੈਮਿਲੀ 4 ਜੀ ਬਾਰਡਰ ਪਾਰ ਕਰ ਰਹੇ ਸੀ ਕੈਨੇਡਾ ਟੂ USA, ਉਹਨਾਂ ਦੀ ਮੌਤ ਹੋ ਗਈ ਜੀ ਮੈਨੀਟੋਬਾ ਦੇ ਵਿੱਚ ਡਿਊ ਟੂ ਫਰੋਸਟ ਬਾਈਟ। ਲੱਗ ਰਿਹਾ ਜੀ ਜਿਹੜਾ ਨਵਾਂ ਸਾਲ ਆ ਹੁਣ ਆਪਣਾ ਇਹ ਰੈਗੂਲਰ ਪੇਸ ਤੇ ਸ਼ੁਰੂ ਹੋ ਚੁੱਕਾ ਤੇ ਨਵੇਂ ਸਾਲ ਦੇ ਵਿੱਚ ਪੁਰਾਣੀਆਂ ਗੱਲਾਂ ਇਹ ਪਹਿਲਾਂ ਵੀ ਵਾਪਰਦੀਆਂ ਰਹੀਆਂ ਸਰਹੱਦਾਂ ਤੇ ਸਮੁੰਦਰਾਂ ਵਿੱਚ, ਹਨਾ, ਜਹਾਜ਼ ਦੇ ਟਾਇਰਾਂ ਵਿੱਚ ਜਾਂ ਹੋਰ ਜਿਵੇਂ ਕਿਵੇਂ ਵੀ ਕਿਸੇ ਨੂੰ ਮੌਕਾ ਮਿਲਦਾ, ਕਿਉਂਕਿ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਇਹ ਕੰਮ ਚੱਲ ਰਿਹਾ ਵੀ ਇੱਕ ਜਗ੍ਹਾ ਨਹੀਂ ਪਸੰਦ ਤੇ ਮੈਂ ਦੂਜੀ ਤੇ ਜਾ ਕੇ ਰਹਿਣਾ ਹੈ ਜੀ, ਤੇ ਦੂਜੀ ਤੇ ਜੇ ਸਿੱਧੀ ਤਰ੍ਹਾਂ ਜਾਣ ਦਾ ਮੌਕਾ ਮਿਲ ਜੇ ਤਦ ਵੀ, ਤੇ ਜੇ ਕਿਸੇ ਹੋਰ ਤਰੀਕੇ ਨਾਲ ਫਰਾਡ ਕਰਕੇ ਝੂਠ ਮਾਰ ਕੇ ਵੀਜ਼ਾ ਇਮੀਗ੍ਰੇਸ਼ਨ ਦਾ ਪਾਸਪੋਰਟ ਪਾੜ ਕੇ ਵਗੈਰਾ ਪਹੁੰਚ ਹੋਵੇ ਤੇ ਤਦ ਵੀ ਪਹੁੰਚ ਮੈਂ ਜਾਣਾ ਆ। ਤੇ ਉਹਦੇ ਤਹਿਤ ਹੀ ਹੁਣ ਤੁਸੀਂ ਦੇਖੋ ਵੈਸੇ ਬਰੈਂਪਟਨ ਦੇ ਵਿੱਚ ਕੈਨੇਡਾ ਦੇ ਵਿੱਚ ਬੜੀ ਕਹਿਰ ਦੀ ਗੱਲ ਆ ਵੀ ਜਾਣੀ ਕੱਲ 3 ਬੱਚਿਆਂ ਦੀ ਤਾਂ ਅੱਗ 'ਚ ਸੜ ਕੇ ਮੌਤ ਹੋ ਗਈ ਹੈ ਤੇ ਅੱਛਾ 2 ਬੱਚਿਆਂ ਦੀ ਕੈਨੇਡਾ ਅਮਰੀਕਾ ਸਰਹੱਦ ਤੇ ਮੌਤ ਹੋ ਗਈ, 5 ਬੱਚਿਆਂ ਦੀ ਮੌਤ। ਸੋ ਇਹ ਹੈ ਜੀ ਵੀ ਇਹ ਹੁਣ
ਇਸ ਤਰੀਕੇ ਦੇ ਨਾਲ ਘਟਨਾਕ੍ਰਮ ਕੱਲ ਸਮਝ ਦੇ ਵਿੱਚ ਆ ਰਿਹਾ, ਜਿਸ ਤਰ੍ਹਾਂ ਡੀਟੇਲਸ ਹੁਣ ਮੀਡੀਆ ਦੇ ਵਿੱਚ ਬਹੁਤ ਜੰਗਲ ਦੀ ਅੱਗ ਵਾਂਗੂ ਇਹ ਖਬਰ ਇੰਟਰਨੈਸ਼ਨਲੀ ਫੈਲੀ ਹੋਈ ਆ ਵੀ ਕੋਈ 9 ਇਹ ਲੋਕ ਸੀਗੇ ਜਿਹਦੇ ਵਿੱਚ ਇਹ 2 ਬੱਚਿਆਂ ਸਮੇਤ ਫੈਮਿਲੀ ਵੀ ਸੀ ਵੀ ਇਹਨਾਂ ਨੇ ਕੈਨੇਡਾ ਤੋਂ ਅਮਰੀਕਾ ਜਾਣ ਦਾ ਪ੍ਰੋਗਰਾਮ ਬਣਾਇਆ। ਰਾਈਟ। ਹੁਣ ਇੱਕ ਪਾਸੇ ਤਾਂ ਜਾਣੀ ਆਪਣਾ ਦਾਅਵਾ ਆ ਅਰਸ਼ ਵੀ ਆਪਾਂ ਮਹਾਨ ਦੇਸ਼ ਦੇ ਵਾਸੀ ਆ, ਬਹੁਤ ਮਹਾਨ ਆ, ਬਹੁਤ ਚੰਗੀ ਗੱਲ ਆ, ਪਰ ਇੱਥੇ ਸਵਾਲ ਇੰਨਾ ਹੀ ਆ ਵੀ ਮਹਾਨ ਦੇਸ਼ ਚੋਂ ਨਿਕਲਣ ਲਈ ਕੋਈ ਏਦਾਂ ਕੀ ਭਲਾ ਹੀ ਹੱਥ ਮਾਰਦਾ ਹੁੰਦਾ ਵੀ ਇੰਨੇ ਮਹਾਨ ਦੇਸ਼ 'ਚ ਆਪਾਂ ਰਹਿ ਨਹੀਂ ਸਕਦੇ ਤੇ ਜਿਹਨੂੰ ਮਹਾਨ ਮੰਨ ਕੇ ਆਉਨੇ ਆ ਉਹਦੇ 'ਚ ਆ ਕੇ ਨੁਕਸ ਕੱਢਦੇ ਆ, ਫਿਰ ਉਹਨੂੰ ਹੀ ਮਹਾਨ ਕਹਿੰਦੇ ਆ ਜਿਹਨੂੰ ਛੱਡ ਕੇ ਭੱਜਣ ਲਈ ਆਪਾਂ ਕੋਈ ਵੀ ਫਰਾਡ ਕਰਨ ਨੂੰ ਆਪਣਾ ਆਪ ਵੇਚਣ ਨੂੰ ਤਿਆਰ ਆ। ਸੋ ਹੁਣ ਇਹ ਗੁਜਰਾਤੀ ਪਰਿਵਾਰ ਹੈ ਨਾ, ਜਿਨ੍ਹਾਂ ਦੇ ਵਿੱਚ ਆਪਾਂ ਆਮ ਤੌਰ ਤੇ ਭੈਣ ਭਰਾ ਸਾਡੀ ਕਮਿਊਨਿਟੀ ਆ ਉਹ ਸੁਣਦੇ ਆ ਵੀ ਸਾਡਾ ਬਹੁਤ ਦੇਸ਼ ਮਹਾਨ ਆ, ਬਹੁਤ ਅੱਛੀ ਗੱਲ, ਮੁਬਾਰਕ, ਆਪਾਂ ਕਹਿੰਦੇ ਅਸੀਂ ਵੀ ਕਹਿੰਦੇ ਮਹਾਨ ਆ, ਪਰ ਆਪਾਂ ਮਤਲਬ ਉਹਨਾਂ ਦਾ ਹੀ ਉੱਥੇ ਰਾਜ ਆ ਭਾਰਤ ਦੇ ਉੱਤੇ, ਹੁਣ ਦੇਖ ਲਓ ਦੂਸਰੀ ਟਰਮ 'ਚ ਜਾਂਦਾ ਤੇ ਸਟਿਲ ਜਾਣੀ ਕਿ ਆਪਾਂ ਦੇਖ ਰਹੇ ਹਾਂ ਰਿਐਲਿਟੀ ਕੀ ਆ, ਜੀਵਨ ਦੀ ਸੱਚਾਈ ਕੀ ਆ ਕਿ ਅਸੀਂ ਉਹਨੂੰ ਦੇਸ਼ ਛੱਡਣ ਲਈ ਜਾਨਾਂ ਤਲੀ ਤੇ ਅੱਜ ਵੀ ਰੱਖ ਕੇ ਬੈਠੇ ਆ। ਰਾਈਟ। ਸੋ ਇਹ ਜੀ ਵੀ ਏਜੰਟ ਇਹਨਾਂ ਨੇ ਕੀਤੇ ਸੀ, ਜਿਸ ਤਰ੍ਹਾਂ ਦਾ ਇਹ ਸਾਰੇ ਭੈਣ ਭਰਾਵਾਂ ਨੂੰ ਪਤਾ ਵੀ ਟ੍ਰੈਂਡ ਚੱਲਦਾ, ਕੋਈ ਵੈਨ ਆ ਜਿਹੜੀ ਬਾਰਡਰ ਕ੍ਰਾਸ ਕਰਕੇ ਉਹਦੇ ਵਿੱਚ ਇਹਨਾਂ ਨੇ ਬਹਿਣਾ ਸੀਗਾ, ਪਰ ਇਹ 4 ਕਿਤੇ ਪਿੱਛੇ ਰਹਿ ਗਏ ਬਾਰਡਰ ਦੇ ਤੇ ਉਹਦੇ ਵਿੱਚ ਇਹ ਆ ਜੀ ਫਿਰ ਜਿਹੜੇ 2 ਉਹ ਵੈਨ ਤੱਕ ਪਹੁੰਚਣ 'ਚ ਕਾਮਯਾਬ ਹੋਏ ਉਹ ਅੱਗੇ ਫੜ ਹੋ ਗਏ। ਅਮਰੀਕੀ ਕਸਟਮਜ਼ ਅਫੀਸ਼ੀਅਲਸ ਨੇ ਉਹਨਾਂ ਨੂੰ ਵੈਨ ਰੋਕਿਆ ਜਦੋਂ ਤੇ ਉਹ ਦੇਖਿਆ ਵੀ 49 ਸਾਲ ਦਾ 47 ਸਾਲ ਦਾ ਬੰਦਾ ਸੀ, ਉਹਨੂੰ ਚਲਾ ਲਿਆ ਫਲੋਰੀਡਾ ਦਾ ਵਾਸੀ। ਇਹ ਆਇਆ ਹੋਇਆ ਉਧਰ ਜਾਣੀ ਨਾਰਥ ਡਕੋਟਾ ਦੇ ਵਿੱਚ ਮੈਨੀਟੋਬਾ ਬਾਰਡਰ ਤੇ ਜਿੱਥੇ ਸਾਰੀ ਘਟਨਾ ਵਾਪਰੀ ਆ। ਈਮਰਸਨ ਬਾਰਡਰ ਬੜਾ ਨੋਨ ਆ ਵੀ ਉਸ ਏਰੀਆ ਦੇ ਵਿੱਚ ਆਮ ਜਿਹੜੇ ਰੈਫਿਊਜੀ ਲੋਕ ਬਾਰਡਰ ਕ੍ਰਾਸ ਕਰਕੇ ਲੰਘਦੇ ਹੁੰਦੇ ਸੀਗੇ ਪਿਛਲੇ ਸਾਲਾਂ ਦੇ ਦੌਰਾਨ ਵੀ, ਪਰ ਹੁਣ ਇਹ ਜੀ ਫਿਰ ਮੁੜ ਕੇ ਜਦੋਂ ਉਹ ਬੰਦੇ ਫੜ ਹੋ ਗਏ ਉਹਨਾਂ ਦੇ ਬੈਕਪੈਕ ਚੈੱਕ ਕੀਤੇ, ਉਹਦੇ ਵਿੱਚ ਦੇਖਿਆ ਵੀ ਇੱਕ ਬੱਚੇ ਦੇ ਡਾਈਪਰ ਆ, ਉਹਦੇ ਕੱਪੜੇ ਆ, ਬੱਚਿਆਂ ਦੇ ਖਿਡੌਣੇ ਆ, ਵੀ ਬੱਚਾ ਤੇ ਇਹਨਾਂ ਦੇ ਕੋਲ ਕੋਈ ਨਹੀਂ ਆ। ਉਹਨਾਂ ਨੇ ਪੁੱਛਿਆ ਵੀ ਇਹ ਕੀ ਕਹਾਣੀ ਆ ਤੇ ਉਹ ਕਹਿੰਦੇ ਜੀ ਵੀ ਇੱਕ ਫੈਮਿਲੀ ਆ, ਉਹਨਾਂ ਦੇ ਕੋਲ ਬੱਚੇ ਸੀਗੇ ਤੇ ਉਹਨਾਂ ਦਾ ਬੈਕਪੈਕ ਮੈਂ ਚੁੱਕ ਲਿਆ, ਮਤਲਬ ਉਹਨਾਂ ਦਾ ਝੋਲਾ ਮੈਂ ਫੜ ਲਿਆ ਵੀ ਜਾਣੀ ਕਿ ਅਸੀਂ 11 ਘੰਟੇ ਤੁਰਨਾ ਕੈਨੇਡਾ ਅਮਰੀਕਾ ਸਰਹੱਦ ਤੇ 11 ਘੰਟੇ ਤੁਰੀ ਗਏ। ਆਪਾਂ ਕਹਿੰਦੇ ਨਾ ਵੀ ਜੰਗਲ ਪਾਰ ਕਰਕੇ ਉਧਰੋਂ ਸਾਊਥ ਅਮਰੀਕਾ ਤੋਂ ਚੱਲ ਕੇ ਅਮਰੀਕਾ ਦਾ ਬਾਰਡਰ ਪਾਰ ਕਰਨਾ, ਸਾਰੇ ਦੇਸ਼ ਪੈਦਲ ਤੁਰਨੇ ਜੀ। ਇਹ ਇਸ਼ਾਰਾ ਦੇਖੋ ਕੈਨੇਡਾ ਅਮਰੀਕਾ ਪਹੁੰਚਣ ਲਈ ਜਾਨਾਂ ਤਲੀਆਂ ਤੇ ਏਦਾਂ ਆ ਵੀ ਅਸੀਂ 11 ਘੰਟਾ ਤੁਰ ਸਕਦੇ ਹਾਂ। ਮੈਂ ਸਮਝਦਾ ਵੀ ਪੈਰ ਲੱਗਣ ਤੋਂ ਬਾਅਦ ਕਿੱਦਾਂ ਆਪਾਂ ਪ੍ਰਧਾਨ ਮੰਤਰੀ ਦੀ ਗੱਲ ਤੱਕ ਪੈਣ ਜਾਂਦੇ ਹਾਂ, ਨੁਕਸ ਕੱਢਦੇ ਹਾਂ ਇਹਨਾਂ ਮੁਲਕਾਂ 'ਚ, ਹਨਾ। ਪੈਰ ਲਾਉਣ ਨੂੰ ਅਸੀਂ ਦੇਖੋ ਵੀ ਜਾਨ ਤਲੀ ਤੇ ਰੱਖੀ ਹੋਈ ਹੈ। ਹੁਣ ਉਹ ਲੋਕ 4 ਜਿਹੜੇ ਸੀਗੇ ਫਿਰ ਉਹਨਾਂ ਦੀ ਸਰਚ ਸ਼ੁਰੂ ਕੀਤੀ ਗਈ ਅਮਰੀਕਨ ਸਾਈਡ ਤੇ, ਅਮਰੀਕਨ ਅਫੀਸ਼ੀਅਲਸ ਨੇ ਤੇ ਇੱਧਰ ਕੈਨੇਡੀਅਨ ਸਾਈਡ ਤੇ RCMP ਨੇ ਵੀ ਇਹ 4 ਲੋਕ ਆਖਰ ਗਏ ਕਿੱਧਰ ਇਹਨਾਂ ਦੇ ਨਾਲ ਦੇ। ਫਿਰ ਜਦੋਂ ਉਹ ਗੱਡੀਆਂ ਲੈ ਕੇ ਫਿਰ ਉੱਥੇ ਸਨੋ ਸਾਰਾ -35 ਡਿਗਰੀ ਦੇ ਵਿੱਚ ਤੇ ਲਾਸ਼ਾਂ ਜਿਹੜੀਆਂ ਜੀ ਫਿਰ ਬਾਰਡਰ ਤੋਂ 9-10 ਮੀਟਰ ਦੀ ਦੂਰੀ ਤੇ 9-10 ਮੀਟਰ ਦੀ ਦੂਰੀ ਤੇ ਬਾਰਡਰ ਤੇ ਕਹਿ ਲਓ ਲਾਈਨ ਦੇ ਉੱਤੇ ਇਹ 2 ਬੱਚੇ ਤੇ ਹੈ ਨਾ, ਸਮਝਿਆ ਜਾਂਦਾ ਵੀ ਇਹ 2 ਐਡਲਟਸ। ਪਰ ਹੁਣ ਤੁਸੀਂ ਦੇਖੋ ਵੀ ਜਿਹੜਾ ਇੱਕ ਨੰਨਾ ਛੋਟਾ ਬੱਚਾ ਟੋਡਲਰ ਸਮਝਿਆ ਜਾਂਦਾ ਨਾ, ਨਵਿਆਂ ਜਨਮਿਆ ਬੱਚਾ, ਵੀ ਜੇ ਉਹ ਨਵਿਆਂ ਜਨਮਿਆ ਬੱਚਾ ਸੀ ਤੇ ਹੋ ਸਕਦਾ ਫਿਰ ਉਹ ਕੈਨੇਡੀਅਨ ਸਿਟੀਜ਼ਨ ਹੋਵੇ ਕਿਉਂਕਿ ਕੈਨੇਡਾ 'ਚ ਬੋਰਨ ਸੀ। ਹੁਣ ਉਹਦੀ ਪ੍ਰਮਾਤਮਾ ਨੇ ਕੀ ਤਕਦੀਰ ਲਿਖੀ ਆ ਵੀ ਤੂੰ ਕੈਨੇਡੀਅਨ ਸਿਟੀਜ਼ਨ ਵੀ ਆ ਤੇ ਮਰੇਗਾ ਵੀ ਇਲੀਗਲ ਬਾਰਡਰ ਕ੍ਰਾਸ ਕਰਦਾ ਹੈ। ਵੀ ਅਨਡਾਕੂਮੈਂਟਡ ਫੈਮਿਲੀ ਦੇ ਘਰ ਜੇ ਇੱਕ ਬੱਚਾ ਪੈਦਾ ਹੋਇਆ ਸਟਿਲ ਭਾਵੇਂ ਕਿ ਉਹ ਕੈਨੇਡੀਅਨ ਸਿਟੀਜ਼ਨ ਆ, ਪਰ ਲੇਕਿਨ ਕਿ ਵੀ ਕਿਉਂਕਿ ਅਨਡਾਕੂਮੈਂਟਡ ਲੈ ਕੇ ਉਹਨੂੰ ਨਾਲ ਤੁਰੇ ਹੋਏ ਆ ਤੇ ਵੀ ਉਹਦੀ ਜਾਨ ਜਾ ਸਕਦੀ ਆ ਜੇ ਉਹ ਬੱਚਾ ਕੈਨੇਡੀਅਨ ਸਿਟੀਜ਼ਨ ਹੋਵੇ। ਤੇ ਤੁਸੀਂ ਦੇਖੋ ਵੀ ਜਾਣੀ ਪ੍ਰਮਾਤਮਾ ਨੇ ਕੀ ਉਹਨੂੰ ਜ਼ਿੰਦਗੀ ਦਿੱਤੀ ਹੈ ਨਾ। ਸੋ ਤਦ ਕਰਕੇ ਆ ਜੀ ਵੀ ਇਹ ਜ਼ਿੰਦਗੀਆਂ ਦੀਆਂ ਆਪੋ ਆਪਣੀਆਂ ਖੇਡਾਂ ਹੈਗੀਆਂ ਜਿਸ ਤਰੀਕੇ ਦੀਆਂ ਇਹ ਹਨ, ਪਰ ਨੁਕਸ ਵੀ ਕੱਢ ਲਿਆ ਕਰੀਏ ਨਾਲ ਥੋੜਾ ਜਿਹਾ ਇਹ ਸੱਚਾਈਆਂ ਤੋਂ ਮੂੰਹ ਨਾ ਮੋੜਿਆ ਕਰੀਏ ਵੀ ਅਸੀਂ ਕਿੱਥੋਂ ਚੱਲੇ, ਕਿਹੜੇ ਹਾਲੀ ਚੱਲੇ ਆ ਤੇ ਕਿਹੜੀਆਂ ਅਸੀਂ ਪੈਰ ਲੱਗਣ ਤੋਂ ਬਾਅਦ ਗੱਲਾਂ ਕਰਦੇ ਹਾਂ। ਕਰ ਲੈਣੀਆਂ ਚਾਹੀਦੀਆਂ ਆਲੋਚਨਾਵਾਂ ਵੀ ਉਸਾਰੂ, ਅਸੀਂ ਉਸ ਤੋਂ ਮਨਾ ਨਹੀਂ ਕਰਦੇ, ਪਰ ਉਸ ਤੋਂ ਪਹਿਲਾਂ ਆਪਾਂ ਸਦਾ ਗੱਲ ਕਰਦੇ ਹਾਂ ਬਰੈਂਪਟਨ ਸਾਨੂੰ ਉੱਥੇ ਦੂਰ ਬੈਠਿਆਂ ਸਮੁੰਦਰੋਂ ਪਾਰ ਚੰਗਾ ਲੱਗਦਾ, ਆਉਂਦਿਆਂ ਹੀ ਬੁਰਾ ਹੋ ਜਾਂਦਾ, ਆਉਂਦਿਆਂ ਓਨਟਾਰੀਓ ਵੀ ਬੁਰਾ ਹੋ ਜਾਂਦਾ, ਫਿਰ ਇੱਕ ਦਿਨ ਓਟਵਾ ਵੀ ਬੁਰਾ ਹੋ ਜਾਂਦਾ, ਪ੍ਰਾਈਮ ਮਿਨਿਸਟਰ ਦੇ ਵੀ ਗੱਲ ਵੀ ਪੈਣ ਨੂੰ ਦਿਲ ਕਰਦਾ। ਉਹ ਕੰਮ ਵੀ ਕਰ ਲਈਏ, ਪਰ ਉਹ ਤੋਂ ਪਹਿਲਾਂ ਆਪਣੇ ਸਿਰਾਂ ਦੇ ਵਿੱਚ ਜਿਹੜੀਆਂ ਇਹ ਬੇਈਮਾਨੀਆਂ ਦੀ ਮੈਲ ਲੈ ਕੇ ਆਉਣੇ ਨਾ ਸਕੀਮਾਂ ਦੀ, ਇਹਨਾਂ ਨੂੰ ਜਹਾਜ਼ 'ਚ ਚੜ੍ਹਨ ਤੋਂ ਪਹਿਲਾਂ ਉੱਥੇ ਪਿੱਛੇ ਛੱਡ ਆਈਏ ਤੇ ਲੱਗਦਾ ਆ ਫਿਰ ਇੱਥੇ ਆ ਕੇ
ਜਿਨ੍ਹਾਂ ਲੋਕਾਂ ਦੇ ਕਰਕੇ ਇਹ ਦੇਸ਼ ਨੰਬਰ 1 ਸੀ ਉਹਨਾਂ ਦੇ ਗਲ ਪੈਣ ਨੂੰ ਜੀ। ਘੱਟ ਗਿਲ ਕਰੂਗਾ, ਕਿਉਂਕਿ ਆਪਾਂ ਠੀਕ ਕਰਕੇ ਜਦੋਂ ਇੱਥੇ ਜੀਵਨ ਸ਼ੁਰੂ ਕਰਾਂਗੇ ਤੇ ਸਭ ਕੁਝ ਠੀਕ ਹੀ ਰਹੂਗਾ। ਜੌਲ ਸਾਹਿਬ ਕੁਇਕਲੀ ਸਾਡੇ ਕੋਲ ਚੰਦ ਮਿੰਟ ਰਹਿ ਗਏ ਨੇ ਜੀ। ਇੱਕ ਤਾਂ ਬੜਾ ਵੱਡਾ ਹਾਦਸਾ ਹੋਇਆ ਜੀ ਟਰੱਕਰਸ ਨੂੰ ਲੈ ਕੇ। 2 ਦਿਨ ਸਾਡੇ ਨੌਜਵਾਨ ਸੋਹਣੇ ਸੁਨੱਖੇ ਗੱਭਰੂ ਜਵਾਨ ਮੁੰਡੇ ਉਹਨਾਂ ਦੀ ਹਾਈਵੇ ਦੇ ਉੱਤੇ ਟਰੱਕਿੰਗ ਇੰਡਸਟਰੀ ਵਿੱਚ ਡੈਥ ਹੋ ਗਈ। ਤੇ ਨਾਲ ਦੀ ਨਾਲ ਇਹ ਵੀ ਕਿ ਓਨਟਾਰੀਓ ਦੇ ਵਿੱਚ ਜੋ ਫੋਰਡ ਸਾਹਿਬ ਨੇ ਕੱਲ ਰਿਲੈਕਸੇਸ਼ਨਸ ਥੋੜ੍ਹੇ ਜਿਹੇ ਰਿਸਟ੍ਰਿਕਸ਼ਨਸ ਲਿਫਟ ਕੀਤੇ ਨੇ ਜਨਵਰੀ 31 ਤੋਂ, ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ। ਹਾਂ ਬਿਲਕੁਲ ਜੀ। ਅਸ ਦੇਖੋ ਇਹ ਫਰਵਰੀ ਦੇ ਦੌਰਾਨ ਜਿਹੜਾ ਜੀ ਵੀ ਪੜਾਅਵਾਰ ਓਨਟਾਰੀਓ ਜਿਹੜਾ ਇਹ ਖੁੱਲ੍ਹਦਾ ਰਹਿਣਾ ਆ। ਇੱਕ ਵਾਰ ਫਿਰ ਜਿਹੜੀ ਇਹ ਬੈਟਰ ਨਿਊਜ਼ ਓਨਟਾਰੀਓ ਦੇ ਵਿੱਚ ਲੋਕਾਂ ਨੂੰ ਮਿਲਣੀ ਸ਼ੁਰੂ ਹੋਈ ਹੈ। ਕੱਲ ਜਿਹੜੀ ਅਨਾਊਂਸਮੈਂਟ ਪ੍ਰੀਮੀਅਰ ਨੇ ਕੀਤੀ ਸੀਗੀ, ਜਿਸ ਤਰ੍ਹਾਂ ਆਪਾਂ ਸਵੇਰ ਦੇ ਪ੍ਰੋਗਰਾਮ 'ਚ ਦੱਸਿਆ ਵੀ ਸੀਗਾ ਜੀ, ਹੁਣ ਫਿਰ 31 ਜਨਵਰੀ ਤੋਂ ਇਹ ਹੈ ਜੀ ਵੀ ਇਨਡੋਰ ਜਿਹੜੀ ਹੁਣ 5 ਲੋਕ ਹੋਰ ਬਾਹਰੋਂ ਬੁਲਾਏ ਜਾ ਸਕਦੇ ਆ। ਅਸੀਂ ਉਹਦੇ ਮੁਕਾਬਲੇ 10 ਬੁਲਾ ਸਕਣ ਲਾਂਗੇ ਦੁੱਗਣੇ। ਤੇ ਜਿਹੜੇ ਹੁਣ ਆਊਟਡੋਰ ਅਸੀਂ 10 ਦੀ ਗੈਦਰਿੰਗ ਕਰ ਸਕਦੇ ਹਾਂ 25 ਕਰ ਸਕਾਂਗੇ ਜੀ। ਇਹ ਜਾਣੀ ਕਿ ਜਿਹੜੇ ਨਾਨ ਐਸੈਂਸ਼ੀਅਲ ਬਿਜ਼ਨੈਸਿਸ ਆ, ਭਾਵੇਂ ਉਹ ਰੈਸਟੋਰੈਂਟਸ ਹੋਣ, ਰਿਟੇਲ ਸਟੋਰਸ ਹੋਣ, ਮਾਲਸ ਹੋਣ, ਸਿਨੇਮਾਜ਼ ਹੋਣ, ਬਾਕੀ ਜਿਮਸ ਹੋਣ, ਉਹਨਾਂ ਨੂੰ ਵੀ 50% ਕੈਪੈਸਿਟੀ ਦੇ ਨਾਲ ਖੋਲ੍ਹਿਆ ਜਾ ਸਕੂਗਾ। ਵੀ ਜੇ 10 ਲੋਕ ਇੱਕ ਵਾਰ ਅੰਦਰ ਰੱਖੇ ਜਾ ਸਕਦੇ ਤੇ 5 ਰੱਖੇ ਜਾ ਸਕਣਗੇ ਲਿਮਿਟੇਸ਼ਨ ਦੇ ਮੁਤਾਬਕ ਜੀ। ਪਰ ਫਿਰ ਇਹ 20 ਦਿਨਾਂ ਬਾਅਦ ਫਿਰ ਸਿਚੁਏਸ਼ਨ 21 ਫਰਵਰੀ ਨੂੰ ਜਾ ਕੇ ਚੇਂਜ ਹੋ ਜਾਣੀ ਆ। ਫਿਰ ਜਿਹੜੀ ਇਹ ਗੈਦਰਿੰਗ ਲਿਮਿਟ ਹੈ ਵਧਾ ਦਿੱਤੀ ਜਾਣੀ ਆ ਵੀ ਇਨਡੋਰ 25 ਤੇ ਫਿਰ ਆਊਟਡੋਰ ਜਿਹੜੇ 100 ਲੋਕ ਇਕੱਠੇ ਕੀਤੇ ਜਾ ਸਕਣਗੇ। ਤੇ ਬਾਕੀ ਅਦਰਵਾਈਜ਼ ਜਾਣੀ ਕਿ ਪੂਰੀ ਤਰ੍ਹਾਂ ਆਲਮੋਸਟ ਆਜ਼ਾਦੀ ਮਿਲ ਹੀ ਜਾਣੀ ਆ ਕਰਦਿਆਂ ਕਰਾਉਂਦਿਆਂ 14 ਮਾਰਚ ਤੱਕ। ਸੋ 14 ਮਾਰਚ ਤੱਕ ਗੈਦਰਿੰਗ ਜਿਹੜੀ ਉਹ 50% ਦੀ ਕੀਤੀ ਜਾ ਸਕੂਗੀ ਤੇ ਬਾਕੀ ਦੀਆਂ ਜਿਹੜੀਆਂ ਲਿਮਿਟੇਸ਼ਨਸ ਚੁੱਕੀਆਂ ਜਾਣਗੀਆਂ। ਪਰ ਇਹ ਸਭ ਕੁਝ ਹੋਵੇਗਾ ਤਾਂ ਜੇ ਉਦੋਂ ਤੱਕ ਇਹ ਕੇਸਿਸ ਦੇ ਸਿਲਸਿਲੇ ਦੇ ਵਿੱਚ ਤੇ ਹਸਪੀਟਲ ਐਡਮਿਸ਼ਨ ਦੇ ਸਿਲਸਿਲੇ ਦੇ ਵਿੱਚ ਕੋਈ ਵੱਡਾ ਫੇਰਬਦਲ ਨਹੀਂ ਹੁੰਦਾ, ਐਡਮਿਸ਼ਨਸ ਨਹੀਂ ਵੱਧਦੀਆਂ। ਸੋ ਟਰੱਕਰ ਦੀਆਂ ਮੌਤਾਂ ਬਾਰੇ ਇਹ ਹੈ ਜੀ ਵੀ ਇਹ 2 ਟਰੱਕ ਕਹਿ ਲਓ ਵੀ ਟਰੱਕ ਤਾਂ ਵੈਸੇ 4 ਸ਼ਾਮਲ ਨੇ, ਪਰ ਘਟਨਾਵਾਂ 2 ਨੇ, ਜਾਣੀ ਕਿ 3 ਟਰੱਕਾਂ ਦੀ ਜਿਹੜੀ ਟੱਕਰ ਹੈ ਉਹ ਹਾਈਵੇ 401 ਤੇ ਹਨਾ ਇਹ ਹੋਈ ਬਕਾਇਦਾ ਤੌਰ ਤੇ ਲੈਂਕੈਸਟਰ ਟਾਊਨ ਦੇ ਨੇੜੇ। ਤੇ ਉੱਥੇ ਫਿਰ ਜਿਹੜਾ ਜੀ ਵੀ ਪਹਿਲਾਂ ਇਹ ਹੋਇਆ ਵੀ ਇੱਕ ਟਰੱਕ ਪਿੱਛੋਂ ਆਪਣੇ ਅੱਗੇ ਜਾ ਰਹੇ ਟਰੱਕ ਦੇ ਵਿੱਚ ਜਾ ਕੇ ਵੱਜਾ। ਉਹ ਜਿਹੜਾ ਪਿੱਛੋਂ ਟਰੱਕ ਅੱਗੇ ਜਾ ਰਹੇ ਟਰੱਕ ਦੇ ਵਿੱਚ ਵੱਜਾ, ਪਿਛਲੇ ਟਰੱਕ ਜਾਣੀ ਕਿ ਜਿਹੜੇ ਡਰਾਈਵਰ ਦਾ ਟਰੱਕ ਪਹਿਲਾਂ ਜਾ ਕੇ ਅਗਲੇ ਟਰੱਕ 'ਚ ਵੱਜਾ ਉਹਦੀ ਉੱਥੇ ਮੌਕੇ ਤੇ ਮੌਤ ਹੋ ਗਈ। ਹੁਣ ਜਿਹੜੇ ਟਰੱਕ ਵਿੱਚ ਉਹ ਜਾ ਕੇ ਟਰੱਕ ਵੱਜਾ ਸੀਗਾ ਉਹ ਗਾਂ ਅੱਗੇ ਜਾ ਕੇ ਇੱਕ ਹੋਰ ਟਰੱਕ ਵਿੱਚ ਵੱਜਾ। ਸੋ 3 ਟਰੱਕ ਇਨਵੋਲਵ ਹੋ ਗਏ। ਸੋ ਬਾਅਦ ਵਿੱਚ ਜਿਹੜੇ 2 ਟਰੱਕ ਇੱਕ ਦੂਜੇ ਵਿੱਚ ਵੱਜੇ ਉਹਨਾਂ ਦੇ ਡਰਾਈਵਰ ਸੇਫ ਰਹੇ, ਪਰ ਪਹਿਲਾਂ ਜਿਹੜਾ ਟਰੱਕ ਜਾ ਕੇ ਮਗਰ ਵੱਜਾ ਸੀ ਲੱਗ ਰਿਹਾ ਵੀ ਬੜੀ ਸਪੀਡ ਦੇ ਵਿੱਚ ਉਹ ਜਾ ਕੇ ਵੱਜਿਆ ਹੋਊਗਾ। ਤੇ ਹੁਣ ਇਹ ਸੜਕ ਦਾ ਕਸੂਰ ਕੱਢਿਆ ਜਾਵੇ, ਮੌਸਮ ਦਾ ਕਸੂਰ ਕੱਢਿਆ ਜਾਵੇ, ਜੰਮੀ ਹੋਈ ਆਈਸ ਦਾ ਕਸੂਰ ਕੱਢਿਆ ਜਾਵੇ, ਜਾਂ ਕੀ ਕਸੂਰ ਹੋਏਗਾ ਉਹ ਤਾਂ ਪਰਮਾਤਮਾ ਜਾਣੇ। ਪਰ ਸਮਝਿਆ ਜਾ ਰਿਹਾ ਜੀ ਵੀ ਇਹਦੇ ਵਿੱਚ ਜਿਹੜਾ ਨੌਜਵਾਨ 25 ਸਾਲ ਦਾ ਚਲਾ ਰਿਹਾ ਸੀ ਉਹ ਪੰਜਾਬੀ ਟਰੱਕ ਡਰਾਈਵਰ ਸੀਗਾ। ਜੀ ਜੀ ਬਿਲਕੁਲ। ਦੂਸਰਾ ਜਿਹੜਾ ਟਰੱਕ ਆ ਜੀ ਵੀ ਉਹ ਕੱਲਾ ਹੀ ਪਲਟ ਗਿਆ ਉੱਥੋਂ ਹਾਈਵੇ ਤੋਂ ਲੈ ਕੇ 401 ਤੋਂ ਉਹ ਜਿਹੜੀ ਐਗਜ਼ਿਟ ਹਾਈਵੇ 15 ਦੀ ਹੈਗੀ ਆ ਹਨਾ, ਇਹ ਸਿੰਗਲ ਵਹੀਕਲ ਐਕਸੀਡੈਂਟ ਮੰਨਿਆ ਜਾਂਦਾ। ਸੋ ਇਹ ਸਪੀਡ ਨਾਲ ਰਿਲੇਟਡ ਜਿਹੜਾ ਜੀ ਵੀ ਇਹ ਸਿੰਗਲ ਵਹੀਕਲ ਹੁਣ ਐਕਸੀਡੈਂਟ ਤੇ ਉਹ ਆ ਨਾ ਵੀ ਕੀ ਪਤਾ ਇਹ ਐਕਸੀਡੈਂਟ ਹੈ ਜਾਂ ਕੀ ਹੈ ਜੀ। ਐਨੀਵੇਜ਼ ਜੋ ਵੀ ਇਹ ਘਟਨਾ ਵਾਪਰੀ ਹੈ ਜੀ ਇਹਦੇ ਵਿੱਚ ਵੀ ਡਰਾਈਵਰ ਜਿਹੜਾ ਉਹਦੀ ਜਾਨ ਮੌਕੇ ਤੇ ਚਲੀ ਗਈ ਆ। ਸੋ ਇਹਨਾਂ ਮੌਕਿਆਂ ਤੇ ਇਹ ਆਪਾਂ ਸਦਾ ਗੱਲ ਕਰਦੇ ਹਾਂ ਜੀ ਵੀ ਵੈਦਰ ਵੀ ਖਰਾਬ ਹੋ ਸਕਦਾ, ਆਈਸ ਵੀ ਖਰਾਬ ਹੋ ਸਕਦੀ ਆ। ਵੀ ਜਿਹੜੀ ਗੱਡੀ ਦੀ ਸਪੀਡ ਮੈਚ ਕੀਤੀ ਹੋਵੇਗੀ ਤੇ ਬਹੁਤ ਚਾਂਸਸ ਆ ਵੀ ਸਾਡੇ ਨਾਲ ਫਿਰ ਇਸ ਤਰ੍ਹਾਂ ਦਾ ਵਰਤਾਂਤ ਆ ਜਿਹੜਾ ਨਹੀਂ ਹੋਏਗਾ ਜੀ। ਬਾਕੀ ਇਹ ਜੀ ਵੀ ਸੜਕਾਂ ਸਾਡੇ ਆਉਣ ਤੋਂ ਪਹਿਲਾਂ ਵੀ ਇਹ ਕੋਈ ਪੰਜਾਬੀਆਂ ਵਾਸਤੇ ਇਹਨਾਂ ਨੇ ਸਪੈਸ਼ਲ ਨਹੀਂ ਬਣਾਈਆਂ ਖਤਰਨਾਕ ਵੀ ਤੁਸੀਂ ਖਤਰਨਾਕ ਰੋਡ ਤੋਂ ਚੱਲਣਾ ਤੇ ਬਾਕੀ ਲੋਕਾਂ ਨੇ ਸੇਫਰ ਰੋਡ ਤੋਂ ਚੱਲਣਾ। ਸਾਰੇ ਡਰਾਈਵਰਾਂ ਵਾਸਤੇ ਸੇਮ ਰੋਡ ਹਾਈਵੇ ਸਾਰੇ ਵਾਸਤੇ ਨੰਬਰ 1 ਦੇਸ਼ ਦਾ ਮੁਲਕ ਹੈਗਾ ਦੁਨੀਆ ਦਾ ਜੀ। ਸਾਰੇ ਡਰਾਈਵਰਾਂ ਵਾਸਤੇ ਨਵੇਂ ਹੋਣ ਪੁਰਾਣੇ ਹੋਣ ਸੇਮ ਰੋਡਸ ਆ। ਸੋ ਹਰ ਇੱਕ ਭੈਣ ਭਰਾ ਨੇ ਜਾਣੀ ਕਿ ਆਪਣੀ ਤਿਆਰੀ, ਆਪਣੀ ਸਮਝ, ਆਪਣੀ ਬਿਲਕੁਲ ਡਿਊ ਡਿਲੀਜੈਂਸ ਦੇ ਨਾਲ ਸੜਕ ਤੇ ਗੱਡੀ ਲੈ ਕੇ ਜਾਣਾ ਕਿ ਕੱਲ ਨੂੰ ਇਹ ਨਾ ਹੋਵੇ ਕਿ ਵੀ ਸੜਕਾਂ ਮਾੜੀਆਂ ਸੀਗੀਆਂ, ਮੌਸਮ ਮਾੜਾ ਸੀਗਾ, ਥੋੜਾ ਜਿਹਾ ਆਪਾਂ ਦੇਖਣਾ ਵੀ ਆਪਣੇ ਆਪ ਤੇ ਵੀ ਕੰਟਰੋਲ ਕਰਨਾ ਜ਼ਰੂਰੀ ਹੈ। ਆਲਰਾਈਟ, ਤੁਸੀਂ ਕੋਈ ਵੀ ਗੱਲਬਾਤ ਜੌਲ ਸਾਹਿਬ ਨਾਲ ਕਰਨਾ ਚਾਹੁੰਦੇ ਹੋ, ਇਹਨਾਂ ਦੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਨਿਊਜ਼ ਵਿਊਜ਼ ਗੱਲਾਂ ਬਾਤਾਂ ਕੋਈ ਵੀ ਕਮਿਊਨਿਟੀ ਇਨਫੋਰਮੇਸ਼ਨ ਵਿਦ ਪ੍ਰੂਫ ਗੱਲ ਕਰਨਾ ਚਾਹੁੰਦੇ ਹੋ ਜੌਲ ਸਾਹਿਬ ਦੇ ਨਾਲ ਤਾਂ 4168953784 4168953784 ਤੇ ਜੌਲ ਸਾਹਿਬ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।